सब को देखदा जेता जगत संसार, डिठै मुक्त ना होवै जिचर शब्द ना करै विचार। बाणी गुरु गुरु है बाणी, विच बाणी अमृत सारे। गुरबाणी कहे सेवक जन मानै, परतख गुरु निस्तारे। सुकहो टल गुर सेवियै, अहनस सहज सुभाए। दर्शन परसै गुरु कै, जन्म मरण दुख जाए। गौड़ी महला पंजवा। सिमरत स्वामी किल विख नासे, सुख सहज आनंद निवासे। सिमरत स्वामी किल विख नासे, सुख सहज आनंद निवासे। राम जना को राम भरोसा, नाम जपत सब मिट्यो अंदेसा। रहाओ साध संग कछ पाओ ना पराती, गुण गोपाल गाइए दिन राती। कर कृपा प्रभ बंधन छोट, चरण कमल की दीनी ओट। कहो नानक मन भई प्रतीत, निर्मल जस पीवै जन नीत। कहो नानक मन भई प्रतीत, निर्मल जस पीवै जन नीत। वाहिगुरु जी का खालसा, वाहिगुरु जी की फतेह। गौड़ी महला पंजवा। सिमरत स्वामी किल विख नासे, सूख सहज आनंद निवासे। ये पावन उपदेश जो कि धन श्री गुरु ग्रंथ साहिब जी के पावन अंग 194 ते सुभाएमान है। इस दी विचार सिंह साहिब ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਆਪ ਜੀ ਨਾਲ ਸਾਂਝੀ ਕਰਨਗੇ। ਸੋ ਆਪ ਸਾਰਿਆਂ ਨੇ ਟੀਵੀ ਦੇ ਮਾਧਿਅਮ ਰਾਹੀਂ ਤੇ
ਪਾਵਨ ਦਰਬਾਰ ਵਿੱਚ ਬੈਠ ਕੇ ਇਹ ਸਰਵਣ ਕਰਨੀ ਹੈ। ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਵਿਸ਼ੇਸ਼ ਪ੍ਰੋਗਰਾਮ ਜੋ ਉਲੀਕੇ ਗਏ ਹਨ, ਜਿਸ ਦੇ ਤਹਿਤ ਤੂੰ ਸਤਵੰਤੀ ਤੂੰ ਪ੍ਰਧਾਨ, ਇਹ ਪ੍ਰੋਗਰਾਮ ਅੱਜ ਭਾਵ 21 ਤਰੀਕ ਨੂੰ ਸ੍ਰੀ ਗੁਰੂ ਸਿੰਘ ਸਭਾ ਮੰਗਲ ਬਾਜ਼ਾਰ ਮੇਨ ਵਿਸ਼ਨੂੰ ਗਾਰਡਨ ਵਿਖੇ ਹੋ ਰਹੇ ਹਨ। 3 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5:30 ਵਜੇ ਤੱਕ ਇਹ ਪ੍ਰੋਗਰਾਮ ਹੋਣੇ ਹਨ। ਨਾਲ ਹੀ ਨਾਲ ਧੰਨ ਲੇਖਾਰੀ ਨਾਨਕਾ ਲੜੀ ਤਹਿਤ 31ਵਾਂ ਸਮਾਗਮ ਭੱਟ ਬੱਲ ਜੀ ਦੀ ਬਾਣੀ ਦੇ ਪ੍ਰਮੁੱਖ ਸਿਧਾਂਤਾਂ ਦੀ ਵਿਆਖਿਆ ਤੇ ਕੀਰਤਨ ਅੱਜ ਸ਼ਾਮ 6 ਵਜੇ ਤੋਂ 10:30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ R7 ਪ੍ਰਤਾਪ ਨਗਰ ਜੇਲ੍ਹ ਰੋਡ ਹਰੀਨਗਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਵਿੱਚ ਵੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਲੈਣਾ ਹੈ। ਨਾਲ ਹੀ ਨਾਲ ਧੰਨ ਧੰਨ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕੱਲ੍ਹ 22 ਤਰੀਕ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੁੰਡਲੀ ਵਿਖੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਕਥਾਵਾਚਕ ਰਾਗੀ ਢਾਡੀ ਭਾਗ ਲੈ ਰਹੇ ਹਨ। ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰਬਾਣੀ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਹਨ। ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ। ਆਪਣੇ ਬੱਚਿਆਂ ਨੂੰ ਗੁਰਮੁਖੀ ਦੇ ਲੜ ਲਾਓ ਤਾਂ ਜੋ ਸਾਡੇ ਬੱਚੇ ਗੁਰਮੁਖੀ ਪੜ੍ਹ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਸਕਣ। ਸੋ ਹੁਣ ਆਪ ਜੀ ਸਮੇਂ ਅਨੁਸਾਰ ਭਾਈ ਸਾਹਿਬ ਜੀ ਸਿੰਘ ਸਾਹਿਬ ਜੀ ਪਾਸੋਂ ਗੁਰਬਾਣੀ ਦੀ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰੱਖੋ ਸ਼ਰਮ ਅਸਾੜੀ ਜੀਓ। ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ, ਬਰਕਤਾਂ ਰਹਿਮਤਾਂ ਮਿਹਰਾਂ ਦੇ ਮਾਲਕ, ਉਹਨਾਂ ਦੇ ਦਰਬਾਰ ਵਿੱਚ ਆਪ ਜੀ ਇਸ ਸਥਾਨ ਤੇ ਹਾਜ਼ਰ ਹੋਏ ਹੋ। ਕੀਰਤਨ ਦਾ ਆਨੰਦ ਮਾਣਿਆ ਹੈ, ਉਪਰੰਤ ਲੜੀਵਾਰ ਗੁਰਬਾਣੀ ਦੀ ਵਿਚਾਰ ਇਹ ਅਸੀਂ ਰਲ ਮਿਲ ਕੇ ਕਰਨੀ ਹੈ। ਮੂਲ ਪਾਠ ਸਤਿਗੁਰੂ ਦੇ ਸਵਾਰੇ ਭਾਈ ਸਾਹਿਬ ਭਾਈ ਕਿਸ਼ਨ ਸਿੰਘ ਜੀ, ਉਹਨਾਂ ਆਪ ਨੂੰ ਸਰਵਣ ਕਰਵਾਇਆ ਹੈ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 194 ਅੰਕ ਤੇ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਕੇਂਦਰੀ ਭਾਵ ਤਤ ਸਾਰ ਸਾਰ ਅੰਸ਼ ਜੋ ਸ਼ਬਦ ਦਾ ਹੈ ਉਹ ਹੈ ਰਾਮ ਜਨਾਂ ਕੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ। ਦੋ ਗੱਲਾਂ ਵਾਲੇ
ਇਸ ਪੰਕਤੀ ਵਿੱਚ ਧਿਆਨ ਸਾਡਾ ਦੁਆਇਆ ਇੱਕ ਭਰੋਸਾ, ਇੱਕ ਅੰਦੇਸ਼ਾ। ਭਰੋਸਾ ਕੀ ਹੈ ਤੇ ਅੰਦੇਸ਼ਾ ਕੀ ਹੈ? ਸਿਆਣੇ ਇਹ ਗੱਲ ਕਹਿੰਦੇ ਨੇ ਕਿ ਸਾਰਾ ਜਗਤ ਭਰੋਸੇ ਨਾਲ ਹੀ ਚੱਲ ਰਿਹਾ ਹੈ ਵੀ ਕਿਸੇ ਹੱਦ ਤੱਕ ਠੀਕ। ਜੇ ਸਾਨੂੰ ਇਹ ਭਰੋਸਾ ਨਾ ਹੋਵੇ ਕਿ ਘਰ ਸਵੇਰੇ ਜਿੱਥੇ ਛੱਡ ਕੇ ਗਏ ਆ ਇੱਥੇ ਹੀ ਰਹੇਗਾ ਜਾਂ ਕਿਸੇ ਹੋਰ ਥਾਂ ਤੇ ਤੁਰ ਜਾਏਗਾ, ਬੜੀ ਮੁਸ਼ਕਲ ਹੋ ਜਾਏਗੀ। ਘਰੋਂ ਬਾਹਰ ਹੀ ਜਾਣਾ। ਇਹ ਭਰੋਸਾ ਹੈ ਕਿ ਇੱਟਾਂ ਨਹੀਂ ਹਿੱਲਦੀਆਂ, ਜਿੱਥੇ ਲੱਗੀਆਂ ਨੇ ਉੱਥੇ ਹੀ ਰਹਿਣਗੀਆਂ, ਕਿਉਂਕਿ ਇਹ ਜੜ ਨੇ। ਅਸੀਂ ਜਿਸ ਚੀਜ਼ ਨੂੰ ਵੀ ਚਾਹੁੰਦੇ ਹਾਂ ਵੈਸੇ ਚਾਹੁੰਦੇ ਹਾਂ ਭਰੋਸੇ ਯੋਗ ਹੋਵੇ। ਕੱਪੜਾ ਲੈਣ ਗਏ ਕਹਿੰਦੇ ਆ ਰੰਗ ਪੱਕਾ ਹੈ ਨਾ, ਭਰੋਸੇ ਯੋਗ ਹੈ। ਜੁੱਤੀ ਖਰੀਦਣ ਗਏ ਆ ਕਹਿੰਦੇ ਆ ਭਰੋਸੇ ਯੋਗ ਹੈ, ਟੁੱਟੇਗੀ ਤੇ ਨਹੀਂ। ਇੱਕ ਮਾਤਾ ਕਰਾਕਰੀ ਖਰੀਦਣ ਲੱਗੀ ਤੇ ਕਹਿੰਦੀ ਇਹ ਭਰੋਸੇ ਯੋਗ ਹੈ ਨਾ, ਟੁੱਟੇਗੀ ਤੇ ਨਹੀਂ। ਉਹ ਕਹਿਣ ਲੱਗਾ ਮਾਤਾ ਸਾਰੀ ਉਮਰ ਨਹੀਂ ਟੁੱਟਦੀ, ਪਰ ਇੱਕ ਧਿਆਨ ਰੱਖੀ, ਠੋਕਰ ਤੋਂ ਬਚਾ ਕੇ ਰੱਖੀ। ਉਹ ਗਠੜੀ ਲੈ ਕੇ ਪਹੁੰਚੀ ਘਰ ਤੇ ਹੱਥੋਂ ਗਠੜੀ ਡਿੱਗ ਪਈ ਤੇ ਸਾਰੇ ਹੀ ਟੁੱਟ ਗਏ। ਪਤੀ ਨੂੰ ਕਹਿਣ ਲੱਗੇ ਕਿੰਨਾ ਝੂਠ ਬੋਲਦਾ, ਕਹਿੰਦਾ ਅਸੀਂ ਸਾਰੀ ਉਮਰ ਨਹੀਂ ਟੁੱਟਦੇ, ਟੁੱਟ ਗਏ। ਕਹਿਣ ਲੱਗਾ ਉਸ ਵੱਲ ਤੇਰਾ ਧਿਆਨ ਨਹੀਂ ਆਇਆ। ਉਹਨੇ ਕਿਹਾ ਸੀ ਜੇ ਠੋਕਰ ਨਾ ਲੱਗੇ, ਠੋਕਰ ਤੋਂ ਬਚਾ ਕੇ ਰੱਖੇ। ਬੰਦੇ ਹਰ ਚੀਜ਼ ਤੂੰ ਚਾਹੁੰਦਾ ਭਰੋਸਾ ਹੀ ਹੋ, ਤੇਰਾ ਆਪਣਾ ਭਰੋਸਾ ਕਿੰਨਾ ਕੁ ਹੈ ਕਿ ਘੜੀ ਨੂੰ ਹੋਵੇਗਾ ਕਿ ਨਹੀਂ ਹੋਵੇਗਾ। ਬਾਕੀ ਦਿਆਂ ਕੋਲੋਂ ਭਰੋਸਾ ਮੰਗਦਾ ਹੈ, ਪਰ ਆਪਣਾ ਤੇਰਾ ਕਿੰਨਾ ਕੁ ਭਰੋਸਾ ਹੈ। ਕਹਾਂ ਬਸਾਸਾ इस भांडे का इतना क लागे ठनका, ये जरा क जमदा ठनका लगा ते तेरा भांडा नहीं रहना। इस भांडे का कोई भरोसा नहीं। सतगुरु कहते ने सच ये है कि पक्की तो पक्की चीज़ होवे। विश्वास भी दवाउंदे ने वेचण वाले। जुत्ती लैन कोई गया कहन लगा पक्की है ना, कहन लगा जी तुसी मर जाओगे, जुत्ती नहीं टुटदी। हद हो गई। होर प्रमाण इस तो ज्यादा विचारा की देवे। बंदे भरोसे योग केवल एक है, तेरे तो पहले से तेरे तो बाद रहेगा। सृष्टि नहीं सी वो ताम ही सी, सृष्टि नहीं रहेगी वो ताम ही रहेगा। ਉਹ ਕੌਣ ਹੈ? ਰੱਬ ਦੇ ਬੰਦੇ ਹੋਰ ਕਿਸੇ ਚੀਜ਼ ਦਾ ਭਰੋਸਾ ਨਹੀਂ ਕਰਦੇ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਨੇ ਭਰੋਸਾ ਕਿਸ ਦਾ ਕਰਦੇ ਨੇ? ਰਾਮ ਜਨਾ ਕਉ ਰਾਮ ਭਰੋਸਾ। ਰਾਮ ਇੱਥੇ ਕਿਹੜਾ ਰਾਮ ਆ? ਲਛਮਣ ਨੇ ਰਾਮ ਨੂੰ ਪੁੱਛਿਆ ਤੁਹਾਡਾ ਅਸਲ ਰੂਪ ਕਿਹੜਾ? ਇਹ ਪੁੱਛਦੇ ਆਏ ਨੇ, ਮੁੱਢ ਤੋਂ ਹੀ ਪੁੱਛਦੇ ਆਏ ਨੇ। ਜਗਿਆਸੂ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਦੇ ਨੇ ਤੁਹਾਡਾ ਅਸਲ ਰੂਪ ਕਿਹੜਾ? ਕਹਿਣ ਲੱਗੇ ਤਿੰਨ ਨੇ। ਇੱਕ ਮੇਰਾ ਰੂਪ ਹੈ ਨਿਰਗੁਣ, जिस बारे मैं आप ही लिखे है चक्कर चहन यार बरन जात यार पात नहन जय। रूप रंग यार रेख वेख को कह न सकत कह। अचल मूर्त अनुभव प्रकाश अम तोज कहे जाए। कोट इंद्र इंद्रान शाह शाहान गने जाए। एक रूप मेरा ओ, उसके बारे की आखिए? वो तो दिसदा नहीं, इंद्रियां की पकड़ च नहीं आउंदा। कहन लगे दूसरा, कहन लगे दूसर रूप ग्रंथ जी जानो, अपने अंग मेरे कर मानो।
विसा प्रीत गुर शब्द जे धरै, सो गुर का दर्शन नित्य उठ करੈ। दूसरा मेरा रूप श्री गुरु ग्रंथ साहब। कहने लगे तीसरा, कहने लगे तीसर रूप गुरसिख है मोर। गुरसिख मेरा रूप है, जिसनों कहा खालसा मेरा रूप है खास। वहने ने तीसर रूप गुरसिख है मोर। गुरबाणी रत जे नसभोर। जिस दी जुबान ते भी बाणी, जिस दे हिरदे विच भी बाणी, इन्हां दा दिल ते जुबान एक हो जाती है। भाई नंद लाल जी ने व्याख्या आप कीती, हम बदिल यादे खुदा हम बर जुबां। बर हुंदा उपर, उन्हां दे दिल विच भी रब दी याद, उन्हां दी जुबान ते भी रब दा जिक्र। हम बदिल यादे खुदा हम बर जुबां। ई जुबान से दिल शुद्धो दिल शुद्ध जुबान। उन्हां दा दिल ते जुबान एक हो गए ने। जो दिल विच है वही जुबान ते। लक्ष्मण भी पुछदा तुहाडा असल रूप किहड़ा? कहन लगे सुन, एक राम दशरथ का बेटा, एक ते राम है अयोध्या विच जन्मिया जो तेरे सामने बैठा, तेरा बड़ा भरा दशरथ का पुत्र। एक राम दशरथ का बेटा, एक राम सब घट में लेटा। एक राम वो है जिहड़ा हर शरीर विच है, हर हिरदे विच है। कबीर रामै राम कहो, कहबे महे बवेक। राम ते सारे कहते ने, कहण च एक विचार है। कहते ने कहबे महे बवेक, एक अनेक मिल गया। एक समाना एक, एक एक थां ते रहिंदा। अयोध्या है ते लंका नहीं, जे लंका है ते अयोध्या नहीं। पर एक राम जिहड़ा हर थां ते रहिंदा। उस रमे हुए राम दे बाणी च गल कीती है और कहा राम राम बोल राम राम, त्यागो मन के सगल काम। वो राम केड़ा? जंग के धारे धरने आकाश, घट घट जिसका है प्रकाश। जिस सिमरत पतित पुनीत होए, जिस सिमरत निर्मल है सोए। राम राम बोल राम राम, त्यागो मन के सगल काम। थे कहते ने राम जना को राम भरोसा, क्योंकि दूर नहीं, हर वेले है, हर थां ते है। एक पंक्ति पढ़ के कोई शक ही नहीं रह जाता। वो है जिथे हर आराधी है, जिस थां ते भी जिथे तुसी हो, जिथे हर आराधी है तिथे हर मित सहाय। हुण याद किया वाकई ही सज्जन तुहाडी इमदाद ते कर सकदा, पर 1000 मील ते दूर बैठा। माना कि तगाफल नहीं करोगे, लेकिन खाक हो जाएंगे हम तुमको खबर होने तक। तेनू खबर होंदियां तक ते असी मर जावांगे। तू ते दूर बैठा है, पर ये दूर नहीं। जिथे हर आराधी है तिथे हर मित सहाई। गुर कृपा ते हर मन वसै, होरत बिद लया ना जाई। राम जना को राम भरोसा, ते भरोसा की है? अवगण मेरे बहुत ने, ऐसा नहीं कि अज दे ही ने। जिहड़े कल कीते सन वो भी नाल जुड़ गए, परसों कीते सन वो भी जुड़ गए, महीने दे जुड़ गए, साल दे जुड़ गए, पिछले जन्म दे जुड़ गए। जिन्ने अवगण मैं कीते सन पाप ते इकट्ठे हो गए। पापां दा ते समुंदर बन गया। पर मैनू ये फखर है, मैनू भरोसा है कि रब दा नाम जपिया सारे ही मुक जाते ने। और ये फिक्र चिंता अंदेशा अंदेशा बंदे नू खाई जा रही है। कोई बंदा लभना मुश्किल है जिसनू चिंता ना होवे।
ਚਿੰਤਾ ਤੋਂ ਕੌਣ ਬਚਿਆ? ਜੇ ਬਚਿਆ ਹੁੰਦਾ ਸਤਿਗੁਰੂ ਇਹ ਪੰਕਤੀ ਨਾ ਲਿਖਦੇ। ਕਿਹੜੀ? ਚਿੰਤਤ ਹੀ ਦੀਸਾ ਸਭ ਕੋਇ। ਸਭ ਕੋਇ ਦਾ ਅਰਥ ਕੀ ਹੋਇਆ? ਹਰ ਇੱਕ। ਹਰ ਇੱਕ ਮੈਂ ਵੇਖਦਾ, ਜਿਸ ਬੰਦੇ ਨੂੰ ਵੇਖਣਾ ਉਹਦੀਆਂ ਅੱਖਾਂ 'ਚ ਚਿੰਤਾ। ਚਿੰਤਤ ਹੀ ਦੀਸੈ ਸਭ ਕੋਇ। ਫਿਰ ਇਲਾਜ ਕੀ ਹੈ ਪਾਤਸ਼ਾਹ? ਦੁਨੀਆ ਦੇ ਬੰਦੇ ਚਿੰਤਾ 'ਚ ਹੀ ਮਰ ਜਾਣ? ਕਹਿੰਦੇ ਨੇ ਨਹੀਂ, ਇਲਾਜ ਉਸਨੇ ਦੱਸਿਆ, ਚੇਤਹਿ ਏਕ ਤਹੀਂ ਸੁਖ ਹੋਏ। ਚਿੰਤਾ ਤਾਂ ਹੈ ਕਿ ਤੈਨੂੰ ਰੱਬ ਚੇਤੇ ਨਹੀਂ। ਇੱਕ ਨੇਮ ਹੈ ਕੁਦਰਤ ਦਾ, ਉਹ ਯਾਦ ਕਰ ਲਓ। ਉਹ ਕਿਹੜਾ ਹੈ ਕਿ ਕੋਈ ਥਾਂ ਖਾਲੀ ਨਹੀਂ ਰਹਿ ਸਕਦੀ, ਉੱਥੇ ਕੁਛ ਨਾ ਕੁਛ ਹੁੰਦਾ। ਜਿਸ ਥਾਂ ਨੂੰ ਅਸੀਂ ਖਾਲੀ ਵੀ ਕਹਿੰਦੇ ਹਾਂ ਉਹ ਖਾਲੀ ਨਹੀਂ। ਮਸਲਨ ਪ੍ਰਮਾਣ ਦਿੱਤਾ, ਤੁਸੀਂ ਇੱਕ ਬਰਤਨ ਲਓ, ਕੋਈ ਗਲਾਸ ਲਓ, ਗੜਵੀ ਲਓ, ਖਾਲੀ ਹੈ ਨਾ? ਵੇਖਿਆ ਜੀ ਇਹਦੇ ਵਿੱਚ ਕੁਛ ਨਹੀਂ ਹੈ, ਖਾਲੀ ਹੈ। ਪਾਣੀ 'ਚ ਡੁਬੋ ਦਿਓ, ਤੁਹਾਨੂੰ ਆਵਾਜ਼ ਗੜ ਦੀ ਆਏਗੀ। ਉਹ ਹੈ ਕਿ ਖਾਲੀ ਨਹੀਂ, ਉੱਥੇ ਹਵਾ ਭਰੀ ਸੀ। ਤੁਸੀਂ ਜਦੋਂ ਪਾਣੀ 'ਚ ਡੋਬੀ ਤੇ ਉਹ ਹਵਾ ਬਾਹਰ ਨਿਕਲ ਗਈ ਤੇ ਪਾਣੀ ਭਰ ਗਿਆ। ਸਾਡੇ ਚਿੱਤ ਵਿੱਚ ਜਾਂ ਤੇ ਪ੍ਰਮਾਤਮਾ ਦਾ ਚੇਤਾ ਹੋਵੇਗਾ ਜਾਂ ਚਿੰਤਾ ਹੋਵੇਗੀ, ਦੋਵਾਂ ਵਿੱਚੋਂ ਇੱਕ ਹੋਵੇਗਾ। ਜੇ ਰੱਬ ਦੀ ਯਾਦ ਆ ਜਾਏ ਤੇ ਉੱਥੇ ਚਿੰਤਾ ਨਹੀਂ, ਜੇ ਰੱਬ ਦੀ ਯਾਦ ਨਹੀਂ ਤੇ ਫਿਰ ਚਿੰਤਾ ਮੱਲ ਕੇ ਬੈਠੀ ਹੈ, ਫਿਰ ਤੇ ਚਿੰਤਾ ਹੋਵੇਗੀ। ਤੁਹਾਨੂੰ ਪਤਾ ਕੋਈ ਵੀ ਮਕਾਨ ਖਾਲੀ ਨਹੀਂ ਰਹਿੰਦਾ। ਜਿਹਨੂੰ ਕਹਿੰਦੇ ਆ ਨਾ ਬੰਦ ਹੈ ਜੀ ਕੋਠੀ, ਉੱਥੇ ਵੀ ਚੂਹੇ ਆ ਕੇ ਡੇਰਾ ਲਾ ਲੈਂਦੇ ਨੇ, ਮੱਛਰ ਆ ਵੱਸਦਾ, ਕੋੜ ਕਿਰਨੀਆਂ ਆ ਜਾਂਦੀਆਂ ਨੇ, ਉੱਥੇ ਅਨੇਕਾਂ ਜੀਵ ਆ ਜਾਂਦੇ ਨੇ। ਖਾਲੀ ਇੱਥੇ ਕੁਛ ਵੀ ਨਹੀਂ ਰਹਿੰਦਾ। ਚਿੰਤਤ ਹੀ ਦੀਸੈ ਸਭ ਕੋਇ, ਚੇਤਾ ਏਕ ਤਹੀਂ ਸੁਖ ਹੋਏ। ਇਹ ਫਿਕਰ ਚਿੰਤਾ ਮੁੱਕਦੀ ਕਿਵੇਂ ਆ? ਨਾਮ ਜਪਤ ਸਭ ਮਿਟਿਓ ਅੰਦੇਸ਼ਾ। ਅੰਦੇਸ਼ਾ ਸੀ ਕਿ ਇੰਨੇ ਪਾਪ, ਇੰਨੇ ਅਵਗਣ ਮੈਂ ਬਖਸ਼ਿਆ ਜਾਵਾਂਗਾ। ਭਾਈ ਮਰਦਾਨਾ ਜੀ ਨੇ ਇਹ ਸਵਾਲ ਉਠਾਇਆ ਸਾਨੂੰ ਮਾਰਗ ਦੇਣ ਲਈ, ਸਾਡਾ ਭਲਾ ਕਰਨ ਲਈ। ਨਾਮ ਮਰਦਾਨਾ ਜਗ ਤਾਰਨੇ ਬਹਾਨਾ ਸੀ। ਨਾਮ ਉਹਦਾ ਸੀ ਮਰਦਾਨਾ, ਜਗਤ ਨੂੰ ਤਾਰਨ ਲਈ ਇੱਕ ਬਹਾਨਾ ਗੁਰੂ ਨੇ ਨਾਲ ਲਿਆ। ਇੱਕ ਦਿਨ ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਹੱਸ ਪਿਆ, ਕਹਿਣ ਲੱਗੇ ਹੱਥ ਜੋੜ ਕੇ ਕਿਉਂ ਇੰਝ ਖਲੋ ਗਏ ਹੈ? ਕਹਿਣ ਲੱਗਾ ਜੀ ਪ੍ਰਸ਼ਨ ਹੀ ਐਸਾ, ਮੈਂ ਪੁੱਛਣ ਲੱਗਾ ਤੇ ਜ਼ਰੂਰ ਦੱਸਿਓ, ਕਿਰਪਾ ਕਰਿਓ। ਕਹਿਣ ਲੱਗੇ ਹਾਂ ਦੱਸ। ਕਹਿਣ ਲੱਗਾ ਮੈਂ ਵੀ ਬਖਸ਼ਿਆ ਜਾਵਾਂਗਾ। ਸਤਿਗੁਰੂ ਕਹਿਣ ਲੱਗੇ ਤੈਨੂੰ ਇਹ ਗੱਲ ਤੇਰੇ ਮਨ 'ਚ ਕਿਉਂ ਉੱਠੀ? ਕਹਿਣ ਲੱਗਾ ਪਾਤਸ਼ਾਹ ਭੁੱਲਾਂ ਮੈਂ ਇੰਨੀਆਂ ਕਰਨਾ, ਹੁਣ ਮੈਨੂੰ ਦਿਸਣ ਲੱਗ ਪਈਆਂ ਨੇ। ਕਈ ਵਾਰੀ ਮਜ਼ਾਕ 'ਚ ਬਹੁਤ ਕੁਛ ਕਹਿ ਜਾਣਾ। ਕਈ ਵਾਰੀ ਕਹਿਣਾ ਬਾਬਾ ਜੀ ਰੋਟੀ ਨਾ ਮਿਲੀ ਤੇ ਮੈਂ ਤਲਵੰਡੀ ਨੂੰ ਚੱਲਿਆ। ਕਹਿਣ ਲੱਗੇ ਬਹੁਤ ਕੁਛ, ਇੰਨੀਆਂ ਭੁੱਲਾਂ ਮੈਂ ਵੀ ਬਖਸ਼ਿਆ ਜਾਵਾਂਗਾ। ਸਤਿਗੁਰੂ ਹੱਸ ਪਏ, ਨਜ਼ਰ ਭਰ ਕੇ ਵੇਖਿਆ ਆਪਣੇ ਸੇਵਕ ਵੱਲ। ਨਾਨਕ ਨਦਰੀ ਨਦਰ ਨਿਹਾਲ। ਨਦਰੀ ਨੇ ਨਿਹਾਲ ਕਰ ਦਿੱਤਾ ਤੇ ਇੱਕ ਗੱਲ ਕਹੀ, ਮਰਦਾਨਿਆ ਸੁਣ, ਤੂੰ ਕਹਿੰਦਾ ਮੈਂ ਬਖਸ਼ਿਆ ਜਾਵਾਂਗਾ, ਤੈਨੂੰ ਮੈਂ ਬਖਸ਼ ਪਹਿਲੇ ਦਿੱਤਾ, ਨਾਲ ਬਾਅਦ ਵਿੱਚ ਲਿਆ। ਤੈਨੂੰ ਬਖਸ਼ਿਆ ਨਾ ਹੁੰਦਾ ਤੇ ਤੈਨੂੰ ਕੀਰਤਨ ਦੀ ਦਾਤ ਨਾ ਮਿਲਦੀ। ਤੂੰ ਆਪ ਹੀ ਨਹੀਂ ਬਖਸ਼ਿਆ ਜਾਏਗਾ, ਤੇਰੇ ਮਗਰ ਕਰੋੜਾਂ ਬਖਸ਼ੇ ਜਾਣਗੇ। ਤੇਰਾ ਕੀਰਤਨ ਸੁਣ ਕੇ ਅਨੇਕਾਂ ਦਾ ਉਧਾਰ ਹੋਵੇਗਾ। ਅਸੀਂ ਵੀ ਬੋਲੀਏ, ਸਾਡੇ ਅੰਦਰੋਂ ਹੂਕ ਨਿਕਲੇ ਕਿ ਦਾਤਾ ਅਵਗਣ ਤੇ ਸਾਡੇ ਬਹੁਤ ਨੇ, ਹਮਰੇ ਅਵਗਣ ਬਹੁਤ ਬਹੁਤ ਹੈ, ਬਾਰ ਬਾਰ ਕਿਛ ਗਣਤ ਨਾ ਆਵੇ। ਗਿਣੇ ਨਹੀਂ ਜਾਂਦੇ ਸਾਡੇ ਇੰਨੇ ਅਵਗਣ ਨੇ, ਅਸੀਂ ਵੀ ਬਖਸ਼ੇ ਜਾਵਾਂਗੇ।
ਸਤਿਗੁਰੂ ਕਹਿੰਦੇ ਨੇ ਰੱਬ ਦੇ ਪਿਆਰਿਆਂ ਨੂੰ, ਜਿਨ੍ਹਾਂ ਨੂੰ ਪ੍ਰਮਾਤਮਾ ਦਾ ਭਰੋਸਾ ਹੈ, ਉਹਨਾਂ ਨੂੰ ਇਹ ਵੀ ਭਰੋਸਾ ਹੈ ਕਿ ਨਾਮ ਜਪਦਿਆਂ ਸਾਰੇ ਅੰਦੇਸ਼ੇ ਮੁੱਕ ਜਾਂਦੇ ਨੇ। ਨਾਮ ਜਪਦਿਆਂ ਇਹ ਵੀ ਫਿਕਰ ਮੁੱਕ ਜਾਏਗਾ ਕਿ ਮੈਂ ਬਖਸ਼ਿਆ ਜਾਵਾਂਗਾ ਕਿ ਨਹੀਂ ਬਖਸ਼ਿਆ ਜਾਵਾਂਗਾ। ਤੂੰ ਤੇ ਰੱਬ ਦਾ ਨਾਮ ਲੈ। ਲੋਕਾਂ ਸਤਿਗੁਰਾਂ ਨੇ ਇੱਕ ਤਸੱਲੀ ਵੀ ਦਿੱਤੀ ਹੈ, ਕਹਿੰਦੇ ਨੇ ਇਹਨੂੰ ਗੱਪ ਨਾ ਸਮਝਣਾ। ਇੱਕ ਸ਼ਬਦ ਹੈ ਫੱਕੜ। ਫੱਕੜ ਦਾ ਅਰਥ ਕੀ ਹੁੰਦਾ ਹੈ? ਗੱਪ। ਲੋਕਾ ਮਤ ਕੋ ਫੱਕੜ ਭਾਏ, ਇਹਨੂੰ ਫੱਕੜ ਨਾ ਸਮਝਣਾ, ਝੂਠ ਨਾ ਸਮਝਣਾ। ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਇਕੱਠੇ ਏਕ ਰਤੀ ਲੈ ਭਾਏ। ਇੱਕ ਰੱਤੀ ਭਰ ਅੱਗ ਲਾ ਦਿਓ ਤੇ ਉਹ ਸਾਰੇ ਸੜ ਜਾਂਦੀਆਂ ਲੱਕੜਾਂ। ਹੋਰ ਕਿ ਹੈ ਭਾਈ, ਜਿਵੇਂ ਈਂਧਨ ਇਕੱਠੀ ਕਰੀ ਜਾਓ, ਕਰੀ ਜਾਓ, ਕਰੀ ਜਾਓ। ਬੜਾ ਸੁੰਦਰ ਕਿਹਾ, ਘੋਰ ਦੁਖਿੰ ਅਨਕ ਹਤਿਅੰ ਜਨਮ ਦਰਿਦਰੰ ਮਹਾ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਪਾਵਕ ਜਿਵੇਂ ਲੱਕੜਾਂ ਨੂੰ ਭਸਮ ਕਰਦੀ ਹੈ, ਪਰਮਾਤਮਾ ਦਾ ਨਾਮ ਪਾਪਾਂ ਨੂੰ ਇੰਜ ਭਸਮ ਕਰਦਾ। ਜਿਸ ਸਿਮਰਤ ਸਭ ਕਿਲ ਬਿਖ ਨਾਸਾ। ਇੱਕ ਗੱਲ ਹੋਰ ਕਹੀ ਹੈ, ਪਿੱਤਰਾਂ ਦਾ ਵੀ ਉਧਾਰ ਚਾਹੀਦਾ ਹੈ ਨਾ। ਬਿਲਕੁਲ ਨਾ ਭੁੱਲ ਕੇ ਆ ਗਤੀ ਕਰਾਉਣ ਵਾਲਿਆਂ ਕੋਲ ਕਿਤੇ ਚਲੇ ਜਾਣਾ। ਸਾਹਿਬ ਜੀ ਕਹਿੰਦੇ ਨੇ ਜਿਸ ਸਿਮਰਤ ਸਭ ਕਿਲ ਬਿਖ ਨਾਸਾ ਹੈ, ਪਿਤਰੀ ਹੋਏ ਉਧਾਰੋ। ਪਿਤਰਾਂ ਦਾ ਵੀ ਉਧਾਰ ਹੁੰਦਾ। ਸੋ ਹਰ ਹਰ ਤੁਮ ਸਦ ਹੀ ਜਪੋ, ਜੰ ਕਾ ਅੰਤ ਨਾ ਪਾਰੋ ਪੂਤਾ। ਤਉ ਮੈਂ ਆਇਆ, ਸ਼ਰਨੀ ਆਇਆ, ਕਿਰਪਾ ਆਇਆ, ਭਰੋਸੇ ਆਇਆ। ਜਿਉ ਜਾਣੋ ਤਿਉ ਰਾਖੋ ਸਾਮੀ, ਮਾਰਗ ਗੁਰੇ ਪਠਾਇਆ। ਇਸ ਮਾਰਗ ਤੇ ਮੈਨੂੰ ਗੁਰੂ ਨੇ ਭੇਜਿਆ ਕਿ ਰੱਬ ਦਾ ਭਰੋਸਾ ਕਰ ਲੈ, ਬਖਸ਼ਿਆ ਜਾਵੇਗਾ। ਕੋਈ ਪਦਾਰਥ ਐਸਾ ਨਹੀਂ ਜਿਹੜਾ ਤੈਨੂੰ ਨਾ ਮਿਲੇ। ਕਿਸੇ ਹੋਰ ਦਾ ਭਰੋਸਾ ਨਾ ਕਰੀ। ਪਰਮਾਤਮਾ ਦਾ ਭਰੋਸਾ, ਨਿਰੰਕਾਰ ਦਾ ਭਰੋਸਾ। ਬਾਕੀ ਭਰੋਸੇ, ਬਾਕੀ ਟੇਕਾਂ ਸਾਰੀਆਂ ਹੀ ਕੱਚੀਆਂ ਨੇ, ਟੁੱਟ ਜਾਣ ਵਾਲੀਆਂ ਨੇ। ਇੱਕ ਹੀ ਕੇਵਲ ਭਰੋਸਾ ਹੈ, ਰਾਮ ਜਨਾ ਕੋ ਰਾਮ ਭਰੋਸਾ। ਨਾਮ ਜਪਤ ਸਭ ਮਿਟਿਓ ਅੰਦੇਸ਼ਾ ਰਹਾਓ। ਸ਼ਬਦ ਹੁਣ ਸ਼ੁਰੂ ਹੁੰਦਾ ਹੈ ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦਾ ਨਾਮ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੀ। ਸਿਮਰਤ ਸੁਆਮੀ ਕਿਲ ਬਿਖ ਨਾਸੇ। ਸੁਆਮੀ ਦਾ ਅਰਥ ਹੁੰਦਾ ਮਾਲਕ। ਮਾਲਕ ਹੈ ਪਰਮਾਤਮਾ। ਇਸ ਸੰਸਾਰ ਵਿੱਚ ਮਾਲਕ ਤੇ ਬਹੁਤ ਨੇ। ਕੋਈ ਫੈਕਟਰੀ ਛੋਟੀ ਜਿਹੀ ਹੋ ਗਈ, ਬਾਕੀ ਨੌਕਰ ਨੇ ਤੇ ਇੱਕ ਮਾਲਕ ਹੈ। ਪਰ ਨਹੀਂ, ਸਭ ਦਾ ਮਾਲਕ ਜਿਹੜਾ ਹੈ ਉਹ ਕੇਵਲ ਇੱਕ ਹੈ, ਸੁਆਮੀ ਇੱਕ ਹੈ। ਸਿਮਰਤ ਸੁਆਮੀ ਕਿਲ ਬਿਖ ਨਾਸੇ। ਕਿਲ ਬਿਖ ਦਾ ਅਰਥ ਹੁੰਦਾ ਪਾਪ। ਪਾਪਾਂ ਦਾ ਨਾਸ ਹੋ ਜਾਂਦਾ। ਉਸ ਦੇ ਪਾਪਾਂ ਦਾ ਨਾਸ ਹੋ ਗਿਆ ਜਿਸ ਨੇ ਸੁਆਮੀ ਨੂੰ ਸਿਮਰਿਆ। ਜਿਸ ਨੇ ਵੀ ਸਿਮਰਿਆ, ਭਾਵੇਂ ਉਹ ਕਿਸੇ ਦੇਸ਼ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਕਿਸੇ ਸ਼ਹਿਰ ਦਾ ਹੋਵੇ, ਕਿਸੇ ਜਾਤ ਦਾ ਵੀ ਹੋਵੇ। ਸਿਮਰਤ ਸੁਆਮੀ ਕਿਲ ਬਿਖ ਨਾਸੇ, ਸੂਖ ਸਹਿਜ ਆਨੰਦ ਨਿਵਾਸੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਤੇ ਆਖਰ ਉਹਨਾਂ ਦੀ ਹੈ ਨਾ ਜਿਹੜੇ ਰੱਬ ਰੂਪ ਹੋ ਗਏ। ਦੂਸਰੇ ਦੀ ਬਾਣੀ ਤੇ ਦਰਜ ਹੋ ਨਹੀਂ ਸਕਦੀ। ਜਿਨ੍ਹਾਂ ਦੇ ਅੰਦਰ ਹਉਮੈ ਸੀ ਉਹਨਾਂ ਦੀ ਬਾਣੀ ਦਰਜ ਨਹੀਂ ਹੋਈ। ਜਿਨ੍ਹਾਂ ਦੀ ਹਉਮੈ ਮੁੱਕ ਗਈ ਤੇ ਇਹ ਅਵਸਥਾ ਸੀ ਰਸਨਾ ਜਪਤੀ ਤੂੰ ਹੀ। ਮਾਤ ਗਰਭ ਤੁਮ ਹੀ ਪ੍ਰਤਪਾਲਕ ਮਿਰਤ ਮੰਡਲ ਇੱਕ ਤੂੰ ਹੀ ਕਰਦੇ ਜੋ ਉਸ ਵਿੱਚ ਲੀਨ ਹੋ ਗਏ। ਔਰ ਉਹਨਾਂ ਵਿੱਚ
ਬ੍ਰਾਹਮਣ ਵੀ ਹੈ, ਜੈਦੇਵ ਬ੍ਰਾਹਮਣ ਸਨ। ਉਹਨਾਂ ਦੇ ਵਿੱਚ ਸ਼ੀਂਬੇ ਵੀ ਹੈ, ਭਗਤ ਨਾਮਦੇਵ ਜੀ। ਉਹਨਾਂ ਦੇ ਵਿੱਚ ਜੁਲਾਹਾ ਜਾਤ ਵੀ ਹੈ, ਭਗਤ ਕਬੀਰ ਸਾਹਿਬ ਜੀ। ਉਹਨਾਂ ਵਿੱਚ ਚੁਮਾਰ ਜਾਤ ਵੀ ਹੈ, ਭਗਤ ਰਵਿਦਾਸ ਜੀ। ਉਹਨਾਂ ਦੇ ਵਿੱਚ ਵੱਡੀ ਜਾਤ ਦੇ ਬ੍ਰਾਹਮਣ ਰਾਮਾਨੰਦ ਜੀ ਵੀ ਹਨ। ਬਸੰਤ ਰਾਗ ਵਿੱਚ ਉਹਨਾਂ ਦਾ ਸ਼ਬਦ ਹੈ। ਇੱਥੇ ਹੀ ਬਸ ਨਹੀਂ, ਨੇਤਰਹੀਣ ਦੀ ਵੀ ਬਾਣੀ ਹੈ, ਅੱਖਾਂ ਉਹਦੀਆਂ ਨਹੀਂ, ਬਾਣੀ ਦਰਜ ਕਰ ਲਈ। ਇੱਕ ਪੰਕਤੀ ਪੂਰਾ ਸ਼ਬਦ ਹੈ ਸਾਰੰਗ ਰਾਗ ਵਿੱਚ, ਛਾੜ ਮਨ ਹਰ ਬਿਮੁਖਨ ਕੋ ਸੰਗ। ਬਸ ਗੱਲ ਪੂਰੀ ਹੋ ਗਈ, ਹੋਰ ਕੁਛ ਕਹਿਣ ਦੀ ਲੋੜ ਹੀ ਨਹੀਂ। ਮਨਾ ਜਿਹੜੇ ਰੱਬ ਤੋਂ ਬੇਮੁਖ ਨੇ, ਗੁਰੂ ਤੋਂ ਬੇਮੁਖ ਨੇ, ਉਹਨਾਂ ਦੇ ਕੋਲ ਨਾ ਬੈਠੇ, ਉਹਨਾਂ ਦਾ ਸੰਗ ਛੱਡ ਦੇ। ਹੈ ਤੇ ਨੇਤਰਹੀਨ, ਲੇਕਿਨ ਦੁਨੀਆ ਦੇ ਅੰਧਿਆਂ ਨੂੰ ਰਾਹ ਦਿੱਤਾ। ਕਹਿੰਦੇ ਨੇ ਮਨ ਅੰਧੇ ਜਨਮ ਗਵਾਇਆ। ਅੰਧੇ ਨਾ ਅੱਖੀਆਂ ਜਿਨ ਮੁਖ ਲੋਏ ਨਾਏ, ਅੰਧੇ ਸਈ ਨਾਨਕਾ ਜੇ ਖਸਮੋਂ ਕੋਥੇ ਜਾਏ। ਮਾਲਕ ਦਾ ਰਾਹ ਦੱਸਣ ਵਾਲਾ ਭਗਤ ਸੂਰਦਾਸ, ਉਸ ਦੀ ਵੀ ਬਾਣੀ ਹੈ। ਇਹਦੇ ਵਿੱਚ 15 ਭਗਤਾਂ ਦੀ ਬਾਣੀ ਸਾਰੀਆਂ ਜਾਤਾਂ ਵਿੱਚ ਆ ਗਈਆਂ। ਸਤਿਗੁਰੂ ਕਹਿੰਦੇ ਨੇ ਪਾਪਾਂ ਦਾ ਨਾਸ ਹੋ ਗਿਆ, ਕੋਈ ਵੀ ਜਪੇ ਸਿਮਰਤ ਸੁਆਮੀ। ਕਿਲ ਬਿਖ ਨਾਸੇ ਸੂਖ ਸਹਿਜ ਆਨੰਦ ਨਿਵਾਸੈ। ਉੱਥੇ ਆਤਮਿਕ ਸੁੱਖ ਆ ਜਾਂਦਾ ਹੈ। ਇਹ ਦੁਨਿਆਵੀ ਸੁੱਖ ਤੇ ਕੁਛ ਵੀ ਨਹੀਂ। ਆਤਮਿਕ ਸੁੱਖ ਉਹ ਆਨੰਦ ਜੋ ਸਦਾ ਇੱਕ ਰਸ ਰਹਿੰਦਾ। ਸਹਿਜ, ਸਹਿਜ ਉਹ ਅਵਸਥਾ ਹੈ ਜਿਹੜੀ ਨਾਲ ਲੈ ਕੇ ਜਨਮੇ ਆ ਪਰ ਅਸੀਂ ਭੁੱਲ ਗਏ। ਸਹਿਜ ਵਿੱਚ ਵਾਧਾ ਘਾਟਾ ਕੋਈ ਨਹੀਂ ਹੁੰਦਾ। ਇਹ ਦੁਨੀਆ ਤੇ ਐਸੀ ਹੈ, ਹੱਸਤੋ ਜਾਏ। ਹੁਣੇ ਬੰਦਾ ਹੱਸਦਾ ਜਾਂਦਾ ਸੀ, ਕਬੀਰ ਸਾਹਿਬ ਜੀ ਦਾ ਬਚਨ ਹੈ। ਹੁਣੇ ਹੱਸਦਾ ਜਾਂਦਾ ਸੀ, ਘੜੀ ਬਾਅਦ ਰੋਂਦਾ ਹੁੰਦਾ। ਉਹ ਸ਼ਬਦ ਹੈ, ਹੱਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉਜਰ। ਕਹਿੰਦੇ ਹੈ ਇਹ ਤੇ ਕੱਲ ਵਸਤੀ ਵਸਦੀ ਸੀ ਪਈ, ਅੱਜ ਖੰਡਰਾਤ। ਬਹੁਤ ਸ਼ਹਿਰ ਐਸੇ ਘੁੱਗ ਵਸਦੇ ਸਨ, ਅੱਜ ਉੱਥੇ 4 ਇੱਟਾਂ ਮਿਲਦੀਆਂ ਨੇ, ਖੰਡਰਾਤ। ਰੜਾ ਮੈਦਾਨ ਪਿਆ ਸੀ, ਉੱਥੇ ਬਿਲਡਿੰਗਾਂ ਹੀ ਬਿਲਡਿੰਗਾਂ ਬਣ ਗਈਆਂ। ਹਸਤੋ ਜਾਏ ਸੋ ਰੋਵਤ ਜਾਸ, ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮਿਹਰ ਕਰਾਵੈ। ਖੂਹ ਤੇ ਪਹਾੜ ਬਣਾ ਦਿੰਦਾ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਰਾਵੈ। ਉਸ ਮਾਲਕ ਦੇ ਅੱਗੇ ਕੋਈ ਮੁਸ਼ਕਲ ਨਹੀਂ। ਉਹ ਸੁੱਖ ਦਿੰਦਾ ਸਹਿਜ। ਭਾਵੇਂ ਮਕਾਨ ਬਣੇ ਤੇ ਭਾਵੇਂ ਗਿਰ ਜਾਏ, ਉਹ ਆਪਣੇ ਆਨੰਦ ਵਿੱਚ ਨੇ। ਮੈਂ ਐਸਾ ਪੜ੍ਹਿਆ, 2 ਫਕੀਰ ਸਿਰਫ ਬਰਸਾਤ ਵੇਲੇ ਚੌਂਪੜੀ 'ਚ ਆਉਂਦੇ ਸਨ, ਅੱਗੇ ਪਿੱਛੇ ਪ੍ਰਚਾਰ ਕਰਦੇ ਸਨ। ਬਰਸਾਤ ਵੇਲੇ ਆਏ ਤੇ ਅੱਧੀ ਚੌਂਪੜੀ ਜਿਹੜੀ ਸੀ ਉਹ ਗਿਰ ਗਈ ਤੇ ਅੱਧੀ ਰਹਿ ਗਈ। ਨੌਜਵਾਨ ਸੀ ਜਿਹੜਾ, ਉਹ ਕਹਿਣ ਲੱਗਾ ਰੱਬ ਦੇ ਘਰ ਵੀ ਕੋਈ ਨਿਆਂ ਹੈ? ਹੱਦ ਹੋ ਗਈ। ਆ ਦੁਸ਼ਟਾਂ ਦੇ ਅਮੀਰਾਂ ਦੇ ਬੰਗਲੇ ਖੜੇ ਨੇ ਤੇ ਸਾਡੇ ਗਰੀਬਾਂ ਦੀ ਚੌਂਪੜੀ ਢਾਹ ਦਿੱਤੀ। ਇਹ ਕੀ ਕੀਤਾ ਰੱਬ ਨੇ? ਉਲਾਂਭਾ ਦਿੱਤਾ। ਦੂਸਰਾ ਕਹਿਣ ਲੱਗਾ ਨਹੀਂ ਬੇਟਾ, ਰੱਬ ਨੇ ਬੜੀ ਕਿਰਪਾ ਕੀਤੀ ਹੈ, ਸਾਡੀ ਚੌਂਪੜੀ ਅੱਧੀ ਬਚ ਗਈ ਹੈ। ਜੇ ਹਨੇਰੀਆਂ ਸਾਰੀ ਢਾਹ ਦਿੰਦੀ ਹੈ ਫਿਰ ਅਸੀਂ ਕੀ ਕਰਦੇ? ਅੱਧੀ ਬਚਨ ਵੇਲੇ ਵੀ ਉਹ ਧੰਨਵਾਦ ਕਰ ਰਿਹਾ, ਪ੍ਰਮਾਤਮਾ ਤੇਰਾ ਧੰਨਵਾਦ। ਇਸ ਨੂੰ ਮੈਂ ਕਹਿਣਾ ਸਹਿਜ। ਸਹਿਜ ਉਹ ਹੈ, ਸੱਚਖੰਡ ਹਰਿਮੰਦਰ ਸਾਹਿਬ ਬੈਠੇ ਨੇ, ਸਿੱਖ ਆ ਕੇ ਚਰਨ ਤੇ ਸਿਰ ਰੱਖਦੇ ਨੇ, ਤਾਂ ਵੀ ਕਹਿੰਦੇ ਨੇ ਤੇਰਾ ਕੀਆ ਮੀਠਾ ਲਾਗੇ। ਤੱਤੀ ਲੋਹ ਤੇ ਬੈਠੇ ਨੇ, ਤਾਂ ਵੀ ਕਹਿੰਦੇ ਨੇ ਤੇਰਾ ਕੀਆ ਮੀਠਾ ਲਾਗੇ।
ਉਸ ਵਿਗਾਸ ਵਿੱਚ, ਉਸ ਚਿਹਰੇ ਦੇ ਖੜਾਓ ਵਿੱਚ ਕੋਈ ਵੀ ਫਰਕ ਨਹੀਂ। ਸੋ ਸਹਿਜ ਆਨੰਦ ਨਿਵਾਸ ਹੈ। ਉਹਨਾਂ ਦਾ ਨਿਵਾਸ ਮਨ ਦਾ ਨਿਵਾਸ ਹੈ। ਤੇ ਮਨ ਦਾ ਨਿਵਾਸ ਕਿੱਥੇ ਹੈ? ਆਨੰਦ ਵਿੱਚ। ਆਨੰਦ ਕੀ ਹੈ? ਸਾਹਿਤਕਾਰ ਇੱਕ ਗੱਲ ਕਹਿੰਦੇ ਨੇ ਔਰ ਬੜੀ ਸੁੰਦਰ ਹੈ। ਉਹ ਕਹਿੰਦੇ ਨੇ ਕੋਈ ਵੀ ਸ਼ਬਦ ਤੁਸੀਂ ਲਵੋ, ਉਸ ਦੇ ਉਲਟ ਸ਼ਬਦ ਤੁਹਾਨੂੰ ਮਿਲ ਜਾਏਗਾ। ਮਤਲਬ ਸੁੱਖ ਹੈ, ਉਹਦੇ ਉਲਟ ਮਿਲ ਜਾਏਗਾ ਦੁੱਖ। ਦਿਨ ਹੈ, ਉਸ ਦੇ ਉਲਟ ਮਿਲ ਜਾਏਗਾ ਰਾਤ। ਪਾਪ ਹੈ, ਉਸ ਦੇ ਉਲਟ ਮਿਲ ਜਾਏਗਾ ਪੁੰਨ। ਉਲਟ ਸ਼ਬਦ ਮਿਲੇਗਾ। ਇੱਕ ਸ਼ਬਦ ਹੀ ਦੁਨੀਆ 'ਤੇ ਐਸਾ ਹੈ ਜਿਸ ਦੇ ਉਲਟ ਨਹੀਂ ਮਿਲਦਾ, ਉਹ ਹੈ ਆਨੰਦ। ਐੜਾ ਜਿਹੜਾ ਨਿਸ਼ੇਧ ਕਰਦਾ ਹੈ, ਪਰ ਐੜਾ ਤੇ ਇੱਥੇ ਵਿਧਾਇਕ ਬਣਾ ਕੇ ਪਹਿਲੇ ਹੀ ਲਾ ਦਿੱਤਾ ਆਨੰਦ। ਸਤਿਗੁਰੂ ਕਹਿੰਦੇ ਨੇ ਪਰ ਇਹ ਦੁਨੀਆ ਦੀ ਸੁੱਖ ਦੇ ਝਲਕ ਨੂੰ ਆਨੰਦ ਨਾ ਸਮਝ ਲੈਣਾ। ਆਨੰਦ ਦੇ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਅਸੀਂ ਤੇ ਖਾ ਪੀ ਕੇ ਮੂੰਹ ਤੇ ਹੱਥ ਫੇਰ ਕੇ ਕਹਿੰਦੇ ਹਾਂ ਬੜਾ ਆਨੰਦ ਆਇਆ, ਬੜਾ ਆਨੰਦ ਆਇਆ। ਤੇ ਜਿੰਨਾ ਖਾਧਾ ਇੰਨਾ ਹੋਰ ਖਾਓ, ਆਨੰਦ ਦਾ ਪਤਾ ਲੱਗੇਗਾ। ਆਖੋਗੇ ਹੁਣ ਤੇ ਜ਼ਹਿਰ ਜਾਪਦਾ ਪਏ। ਰੱਜੇ ਬੰਦੇ ਨੂੰ ਖਾਣ 'ਚ ਕੋਈ ਆਨੰਦ ਨਹੀਂ, ਭੁੱਖਿਆਂ ਨੂੰ ਆਨੰਦ ਆਉਂਦਾ। ਕਹਿੰਦੇ ਨੇ ਆਨੰਦ ਇਹ ਖਾਣ ਪੀਣ ਦਾ ਨਹੀਂ, ਆਨੰਦ ਹੈ ਮਨ ਦੀ ਅਵਸਥਾ। ਉਹੀ ਸਹਿਜ ਹੈ, ਉਹੀ ਆਨੰਦ ਹੈ। ਸਤਿਗੁਰੂ ਕਹਿੰਦੇ ਨੇ ਉਹਨਾਂ ਲਈ ਸੁਖ ਸਹਿਜ ਆਨੰਦ ਨਿਵਾਸ ਹੈ। ਰਾਮ ਜਨਾ ਕੋ ਰਾਮ ਭਰੋਸਾ। ਉਹਨਾਂ ਨੂੰ ਭਰੋਸਾ ਤੂੰ ਮੇਰਾ ਹੈ। ਜੋ ਤੇਰੇ ਘਰ ਵਿੱਚ ਹੈ ਉਹ ਮੈਨੂੰ ਜ਼ਰੂਰ ਦੇਵੇਂਗਾ। ਜੋ ਤੇਰੇ ਕੋਲ ਹੈ ਉਹ ਮੇਰਾ ਹੀ ਹੈ। ਤੂੰ ਮੇਰਾ ਬਾਪ ਹੈ। ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਮੇਰੇ ਧਿਆਨ 'ਚ ਅਚਾਨਕ ਆ ਗਿਆ। ਕਹਿੰਦੇ ਨੇ ਬਾਪ ਦਿਲਾਸਾ ਮੇਰੋ ਕੀਨਾ। ਇੱਕ ਪੰਕਤੀ ਦੇ ਅਰਥ ਵਿਚਾਰਨ ਵਾਲੇ ਨੇ। ਮੈਂ ਕਈ ਵਾਰੀ ਘਬਰਾ ਜਾਣਾ, ਬਾਪ ਨੇ ਦਿਲਾਸਾ ਦਿੱਤਾ। ਹੁਣ ਬਾਪ ਸਰਦਾ ਪੁੱਜਦਾ ਹੋਵੇ, ਦਿਲਾਸਾ ਦੇਵੇ ਪੁੱਤਰ ਕੋਈ ਨੁਕਸਾਨ ਨਹੀਂ ਹੋਇਆ, ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਹਾਂ। ਉਹ ਕਹਿੰਦੇ ਨੇ ਬਾਪ ਰੱਬ ਵਰਗਾ ਤੇ ਮੈਂ ਫਿਕਰ ਕਿਉਂ ਕਰਾਂ? ਮੈਨੂੰ ਦਿਲਾਸਾ ਬਾਪ ਦਿਲਾਸਾ ਮੇਰੋ ਕੀਨਾ। ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ। ਹਿਰਦਾ ਸੇਜ ਸੁਖਾਲੀ ਹੋ ਗਈ ਜਿੱਥੇ ਰੱਬ ਨੇ ਬੈਠਣਾ। ਮੂੰਹ ਵਿੱਚ ਅੰਮ੍ਰਿਤ ਦੇ ਦਿੱਤਾ। ਤਿਸ ਬਾਪ ਕੋ ਕਿਉਂ ਮਨੋ ਵਸਾਰੇ, ਅੱਗੇ ਗਿਆ ਨਾ ਬਾਜੀ ਹਾਰੀ। ਉਹਨੂੰ ਕਿਉਂ ਭੁਲਾਵਾਂ ਜੇ ਉਹ ਨਾਲ ਹੋਵੇ ਤੇ ਜੀਵਨ ਦੀ ਬਾਜੀ ਜਿੱਤ ਕੇ ਜਾਵਾਂਗਾ, ਹਾਰ ਕੇ ਨੇ। ਐਸੀ ਕਲਾ ਨਾ ਖੇਡੀਐ ਜਿੱਤ ਦਰਗਾਹ ਗਿਆ ਹਾਰੀਐ। ਹਾਰ ਕੇ ਨਹੀਂ ਜਾਣਾ, ਜਿੱਤ ਕੇ ਜਾਣਾ। ਅੱਗੇ ਗਿਆ ਨਾ ਬਾਜੀ ਹਾਰੀ। ਅਗਲਾ ਬਚਨ ਮੋਈ ਮੇਰੀ ਮਾਈ। ਵੈਸੇ ਆਮ ਕਰਕੇ ਆਖੋ ਨਾ ਮੇਰੀ ਮਾਂ ਮਰ ਗਈ ਬੜਾ ਚੰਗਾ ਹੋਇਆ, ਤੇ ਕਾਕਾਂਗੇ ਬੜਾ ਪਾਪੀ ਬੰਦਾ। ਹੱਦ ਹੋ ਗਈ। ਕਹਿੰਦਾ ਪਿਆ ਮਾਂ ਮਰ ਗਈ ਚੰਗਾ ਹੋ ਗਿਆ, ਪਰ ਇੱਥੇ ਮਾਂ ਦਾ ਅਰਥ ਹੈ ਮਾਈ, ਮਾਇਆ। ਮੋਈ ਮੇਰੀ ਮਾਈ ਖਾਉ ਖਰਾ ਸੁਖਾਲਾ, ਮੈਂ ਸੌਖਾ ਹੋ ਗਿਆ। ਮੋਈ ਮੇਰੀ ਮਾਈ ਹੋ ਖਰਾ ਸੁਖਾਲਾ, ਪਹਿਰੋਂ ਨਹੀਂ ਦਗਲੀ ਲਗੇ ਨਾ ਪਾਲਾ। ਨਾ ਪਾਪਾਂ ਦਾ ਪਾਲਾ ਮੈਨੂੰ ਲੱਗਦਾ, ਤੇ ਨਾ ਇਹ ਕੁੜਤੀ ਹੁਣ ਮੈਂ ਰੂੰ ਵਾਲੀ ਪਹਿਨਣਾ। ਇਹ ਕੁੜਤੀ ਕਿਹੜੇ ਸੀ? ਪਾਪਾਂ ਦਾ ਪਾਲਾ ਹੋਵੇ ਤੇ ਉਹਲਾ ਕਰਨਾ, ਪਰਦੇ ਕਜਨੇ ਲੁਕਾਉਣਾ। ਇਹ ਲੁਕਾਓ, ਤਨ ਲੁਕਾਉਣ ਵਾਸਤੇ ਕੁੜਤੀ ਪਹਿਨਨੇ ਆ ਨਾ। ਪਾਪ ਲੁਕਾਉਣ ਵਾਸਤੇ ਬੰਦਾ ਕੀ ਕਰਦਾ? ਪਰਦੇ ਪਾਉਂਦਾ। ਕਹਿੰਦੇ ਨੇ ਪਹਿਰੂ ਨਾ ਦਗਲੀ ਲਗੇ ਨਾ ਪਾਲਾ, ਬਲ ਤਿਸ ਬਾਪੈ ਜਿਨ ਹੋ ਜਾਇਆ। ਜਿਸ ਬਾਪ ਨੇ ਮੈਨੂੰ ਜਾਇਆ, ਮੈਨੂੰ ਜਨਮ ਦਿੱਤਾ, ਜਿਵੇਂ ਕਿਹਾ ਸਤਿਗੁਰ ਕੈ ਜਨਮੈ ਗਮਨ ਮਿਟਾਇਆ, ਅਨਹਤ ਰਾਤੇ ਮਨ ਲਾਇਆ। ਬਲ ਤਿਸ ਬਾਪੈ ਜਿਨ ਹੋ ਜਾਇਆ, ਪੰਚਾਂ ਤੇ ਮੇਰਾ ਸੰਗ ਚੁਕਾਇਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲੋਂ ਮੇਰਾ ਸੰਗ ਦੂਰ ਕਰ ਦਿੱਤਾ।
ਇਹਨਾਂ ਦੇ ਕੋਲ ਨਹੀਂ ਬੈਠਣਾ, ਇਹ ਠੀਕ ਨਹੀਂ। ਇਹ ਦੁੱਖਾਂ ਦਾ ਘਰ ਨੇ, ਇਹ ਕਲੇਸ਼ ਦਾ ਘਰ ਨੇ, ਇਹਨਾਂ ਦਾ ਨਿਤ ਝਗੜਾ ਹੈ। ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਇਹਨਾਂ ਦੇ ਕੋਲ ਨਾ ਬੈਠੇ। ਪੰਚਾਂ ਤੇ ਮੇਰਾ ਸੰਗ ਚੁਕਾਇਆ, ਪੰਚ ਮਾਰ ਪਾਵਾ ਤਲ ਦੀਨੇ। ਇਸ ਪੰਕਤੀ ਵੱਲ ਧਿਆਨ ਦੇ ਨਾ। ਇਹਨਾਂ ਪੰਜਾਂ ਨੂੰ ਮਾਰ ਕੇ ਮੇਰੇ ਪੈਰਾਂ ਥੱਲੇ ਦੱਬ ਦਿੱਤੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤੇ ਜਗਤ ਨੂੰ ਨਚਾ ਰਹੇ ਨੇ। ਇਹਨਾਂ ਨੂੰ ਮਾਰ ਕੇ ਮੇਰੇ ਪੈਰਾਂ ਥੱਲੇ ਕਰ ਦਿੱਤਾ। ਪੰਜ ਮਾਰ ਪਾਵਾ ਤਲ ਦੀਨੇ। ਹੁਣ ਕਹਿੰਦੇ ਨੇ ਆਨੰਦ ਆਇਆ ਹਰ ਸਿਮਰਨ ਮੇਰਾ ਮਨ ਤਨ ਭੀਨੇ। ਸਿਮਰਨ ਕਰਦਾ ਤੇ ਮੇਰਾ ਮਨ ਵੀ ਭਿੱਜ ਗਿਆ, ਤਨ ਵੀ ਭਿੱਜ ਗਿਆ। ਵਾਕਿਆ ਨਾਮ ਅਭਿਆਸੀ ਜਾਣਦੇ ਨੇ, ਸਿਮਰਨ ਕਰਦਿਆਂ 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 ਕਈ ਵਾਰੀ ਇੰਜ ਮਹਿਸੂਸ ਹੁੰਦਾ ਜਿਵੇਂ ਬਰਸਾਤ ਪੈ ਰਹੀ ਹੈ ਤੇ ਮੈਂ ਸਾਰਾ ਭਿੱਜ ਗਿਆ। ਇਹ ਐਵੇਂ ਨਹੀਂ ਆਖਿਆ ਕਿ ਸੁਣ ਬਚਨ ਤੁਮਾਰਾ ਮੇਰਾ ਮਨ ਭੀਨਾ। ਇਹ ਜਿਹੜਾ ਭੀਨਾ ਹੈ ਨਾ, ਵਾਕਈ ਨਾਮ ਵਿੱਚ ਅੰਮ੍ਰਿਤ ਵਿੱਚ ਭਿੱਜ ਜਾਂਦਾ ਹੈ ਸਿਮਰਨ ਕਰਨ ਵਾਲਾ। ਹਰ ਸਿਮਰਨ ਮੇਰਾ ਮਨ ਤਨ ਭੀਨਾ। ਪਿਤਾ ਹਮਾਰੋ ਬੜ ਗੁਸਾਈ, ਬੜਾ ਵੱਡਾ ਮਾਲਕ ਹੈ। ਤਿਸ ਪਿਤਾ ਪੈ ਹੋ ਕਿਉਂ ਕਰ ਜਾਈ। ਪਰ ਮੈਂ ਉਹਦੇ ਤੱਕ ਜਾਵਾਂ ਕਿਵੇਂ? ਅੱਗੇ ਕਿਹਾ ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ। ਗੁਰੂ ਨੇ ਰਸਤਾ ਦੱਸ ਦਿੱਤਾ, ਆ ਭਾਣੇ ਦਾ ਰਸਤਾ ਜਾਂਦਾ ਹੀ। ਨਾਮ ਦਾ ਮਾਰਗ ਰਜ਼ਾ ਭਾਣੇ ਦਾ ਰਸਤਾ ਉਸ ਪਾਸੇ ਜਾਂਦਾ। ਇਸ ਡੰਡੀ ਪੈ ਜਾ, ਇੱਧਰ ਉੱਧਰ ਨਾ ਜਾਈ। ਕਹਿੰਦੇ ਨੇ ਗਤ ਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰੇ ਮਨ ਪਾਇਆ। ਅਖੀਰ ਕਹਿੰਦੇ ਨੇ ਹੋ ਪੂਤ ਤੇਰਾ, ਤੂੰ ਬਾਪ ਮੇਰਾ, ਇੱਕ ਐਠਾ ਹਰ ਦੋਹਾਂ ਬਸੇਰਾ। ਤੂੰ ਮੇਰਾ ਬਾਪ ਹੈ, ਮੈਂ ਤੇਰਾ ਪੁੱਤਰ ਹਾਂ। ਇੱਕ ਗੱਲ ਸੁਣੀ ਮੈਨੂੰ ਚੰਗੀ ਲੱਗੀ, ਬੜੀ ਚੰਗੀ। ਉਹ ਸੀਟਾਂ ਹੁੰਦੀਆਂ ਨੇ ਗੱਡੀ ਦੇ ਵਿੱਚ, ਇੱਕ ਸੀਟ ਤੇ ਉੱਤੇ ਸੀ ਨੌਜਵਾਨ ਤੇ ਥੱਲੇ ਸੀ ਬਜ਼ੁਰਗ। ਉਹ ਪੁੱਛਦਾ ਕਿ ਕਿੱਥੇ ਰਹਿੰਦੇ ਹੋ? ਕਹਿਣ ਲੱਗਾ ਮੈਂ ਬੰਬਈ ਰਹਿਣਾ। ਅੱਛਾ ਮੈਂ ਵੀ ਬੰਬਈ ਰਹਿਣਾ। ਤੇ ਕਿੱਥੇ ਰਹਿੰਦੇ ਹੋ? ਜਿਹੜੀ ਬਿਲਡਿੰਗ ਦਾ ਨਾਂ ਲਿਆ ਕਹਿਣ ਲੱਗਾ ਉਸੇ 'ਚ ਹੀ ਤੇ ਅਸੀਂ ਵੀ ਰਹਿੰਦੇ ਹਾਂ। ਕਹਿਣ ਲੱਗਾ ਅੱਛਾ ਤੇ ਮਕਾਨ ਨੰਬਰ ਜਿਹੜਾ ਦੱਸਿਆ, ਕਹਿਣ ਲੱਗਾ ਉੱਥੇ ਹੀ ਤੇ ਅਸੀਂ ਨਾਲ ਦੇ ਨੂੰ ਗੁੱਸਾ ਆ ਗਿਆ। ਕਹਿਣ ਲੱਗਾ ਤੁਸੀਂ ਬੰਦੇ ਹੋ ਕਿ ਕੀ ਹੋ? ਇੱਕੋ ਹੀ ਮਕਾਨ। ਕਹਿਣ ਲੱਗੇ ਹੋ ਅਸੀਂ ਪਿਓ ਪੁੱਤਰ ਹਾਂ। ਐਵੇਂ ਮਨ ਬਹਿਲਾਵਾ ਕਰਨੇ ਪਏ ਆ। ਤੈਨੂੰ ਕੀ ਹੋਇਆ? ਤੈਨੂੰ ਕੀ ਮੁਸ਼ਕਲ ਬਣੀ ਹੈ? ਵਾਕਿਆ ਹੀ ਇਹ ਭਗਤ ਵੀ ਜਿਹੜੇ ਨੇ ਬਾਪ ਨਾਲ ਗੱਲਾਂ ਕਰ ਰਹੇ ਨੇ। ਕਹਿੰਦੇ ਨੇ ਏਕੇ ਠਾਹਰ, ਇੱਕੋ ਥਾਂ ਤੇ ਹੀ ਰਹਿੰਦੇ ਆ, ਵੱਖ ਵੱਖ ਨਹੀਂ ਅਸੀਂ ਰਹਿੰਦੇ। ਏਕੇ ਠਾਹਰ ਦੋਵਾਂ ਬਸੇਰਾ, ਹਾਂ ਪੂਤ ਤੇਰਾ ਤੂੰ ਬਾਪ ਮੇਰਾ, ਏਕੇ ਠਾਹਰ ਦੋਵਾਂ ਬਸੇਰਾ। ਕਹੋ ਕਬੀਰ ਜਨ ਏਕੈ ਬੂਝਿਆ। ਤੇਰੇ ਸੇਵਕ ਨੇ ਇੱਕ ਨੂੰ ਸਮਝ ਲਿਆ, ਗੁਰ ਪ੍ਰਸਾਦ ਮੈਂ ਸਭ ਕੇ ਸੂਝਿਆ। ਗੁਰੂ ਦੀ ਕਿਰਪਾ ਨਾਲ ਸਭ ਕੁਛ ਹੀ ਮੈਨੂੰ ਸੋਝੀ ਆ ਗਈ। ਉਹ ਸਿਰ ਤੇ ਹੱਥ ਰੱਖ ਦੇਵੇ, ਗਿਆਨ ਦਾ ਦਾਤਾ। ਗੂੰਗੇ ਵੀ ਗੀਤਾ ਦੇ ਅਰਥ ਕਰਨ ਲੱਗ ਪੈਣ ਤੇ ਕੋਈ ਮੁਸ਼ਕਲ ਨਹੀਂ। ਜੇਕਰ ਸਾਰੀ ਦੁਨੀਆ ਨੂੰ ਜ਼ੁਬਾਨਾਂ ਦਿੱਤੀਆਂ, ਇੱਕ ਨੂੰ ਦੇ ਦੇਣੀ ਉਸ ਵਾਸਤੇ ਕੀ ਮੁਸ਼ਕਲ ਹੈ? ਸਾਰੀ ਦੁਨੀਆ ਨੂੰ ਗਿਆਨ ਦਿੱਤਾ, ਇੱਕ ਨੂੰ ਦੇ ਦੇਣਾ ਕੋਈ ਮੁਸ਼ਕਲ ਨਹੀਂ। ਉਹ ਕਹਿੰਦੇ ਨੇ ਗਿਆਨ ਤੇਰੀ ਦਾਤ ਹੈ, ਇਹ ਸੂਝ ਤੇਰੀ ਦਾਤ ਹੈ। ਪੜ੍ਹਿਆ ਨਹੀਂ ਭੇਦ ਬੁਝਿਆ ਪਾਵਨਾ। ਗੁਰੂ ਦੀ ਕਿਰਪਾ ਨਾਲ ਗੁਰ ਪ੍ਰਸਾਦ ਮੈਂ ਸਭ ਕੇ ਸੂਝਿਆ। ਸੂਖ ਸਹਿਜ ਆਨੰਦ ਨਿਵਾਸੈ। ਅੱਗੇ ਕਹਿੰਦੇ ਨੇ ਸਾਧ ਸੰਗ ਕਿਛ ਭਉ ਨਾ ਭ੍ਰਾਂਤੀ। ਇਹ ਦੋ ਅਵਗਨ ਨੇ, ਬੰਦੇ ਨੂੰ ਕੰਡੇ ਵਾਂਗੂ ਚੁੱਭਦੇ ਨੇ। ਔਰ ਇਹਨਾਂ ਬੜਾ ਦੁਖੀ ਕੀਤਾ। ਇੱਕ ਭਉ, ਇੱਕ ਭ੍ਰਾਂਤੀ। ਭ੍ਰਾਂਤੀ ਕੀ ਹੈ? ਜਿੱਥੋਂ ਤੁਰਨੇ ਆ ਉੱਥੇ ਹੀ ਫੇਰ ਆ ਜਾਂਦੇ। ਭ੍ਰਾਂਤੀ ਵਿੱਚ ਪਸ਼ੂ ਹੋਵੇ ਉਹਨੂੰ ਤੇ ਮੁਆਫ ਕਰ ਦਿਓ। ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ, ਨੈਣ ਉਗਰਤ ਵਾਹੀ ਠੌਰ ਹੀ ਠਿਕਾਣੋ ਹੈ।
जैसे जेवरी बढ़ते अंदरो अचेत चित खात जात बछरो टटोरे पछतानो है। जैसे मृग तिष्णो लोतावे मृग त्रिखावंत आवत न शांत भरम परमत हैरानो है। तैसे सुपनंतर देसंतर बिहाए गई पहुँच न सकियो जहाँ तो है मोह जानो है। ये भाई गुरदास का कवित है, कवित मैं सुना दिता है, ये अर्थ भी सुना दिया समझ आ जान। तेली दा बैल सवेर तो शाम तक तुरदा रही है, सोचदा होवेगा बहुत मील पैंडा कर गया, ਅੱਖਾਂ ਤੋਂ ਪੱਟੀ ਖੁੱਲੀ ਉੱਥੇ ਦਾ ਉੱਥੇ ਹੀ ਹੈ ਜਿੱਥੋਂ ਚੱਲਿਆ ਸੀ। ਕਈ ਵਾਰੀ ਐਸਾ ਨਹੀਂ ਬੁਢਾਪਾ ਆ ਜਾਂਦਾ, ਕਾਲਿਆਂ ਤੋਂ ਧੌਲੇ ਆ ਜਾਂਦੇ ਨੇ, ਲੇਕਿਨ ਮੁਸ਼ਕਲਾਂ ਉਹ ਦੀਆਂ ਉਹ ਹੀ, ਭਟਕਣਾ ਉੱਥੇ ਦੀ ਉੱਥੇ। ਇਹਨੂੰ ਕਹਿੰਦੇ ਨੇ ਭ੍ਰਾਂਤੀ। ਭ੍ਰਾਂਤੀ ਕੀ ਹੈ? ਦੂਸਰਾ ਕਹਿੰਦੇ ਨੇ ਅੰਧਾ ਬੰਦਾ, ਨੇਤਰਹੀਣ। ਰੱਸੀ ਵੱਟ ਰਿਹਾ ਸੀ ਹੱਥਾਂ ਨਾਲ, ਸੋਚਿਆ ਬਹੁਤ ਗੱਜ ਵੱਟੀ ਗਈ ਹੋਵੇਗੀ, ਮਗਰੋਂ ਵੱਛਾ ਖਾ ਗਿਆ। ਸਾਡਾ ਵੀ ਕੀਤਾ ਕਰਾਇਆ, ਕੋਈ ਪਤਾ ਨਹੀਂ ਕਿਹੜਾ ਵੱਛਾ ਖਾ ਜਾਂਦਾ, ਹੱਥ ਵਿੱਚ ਕੁਛ ਵੀ ਨਹੀਂ ਰਹਿੰਦਾ। ਕਹਿੰਦੇ ਨੇ ਮਿਰਗ ਦੌੜਿਆ ਪਰ ਮਾਰੂ ਥਲ ਵਿੱਚ ਉਹ ਪਾਣੀ ਆ ਗਿਆ, ਰੇਤਾ ਚਮਕਦੀ ਹੈ, ਪਾਣੀ ਜਾਪਦਾ, ਉਹ ਆਇਆ, ਉਹ ਆਇਆ, ਲੇਕਿਨ ਪਾਣੀ ਉੱਥੇ ਹੈ ਹੀ ਨਹੀਂ। ਕਹਿੰਦੇ ਨੇ ਸੁਪਨੇ ਵਾਂਗੂ ਜੀਵਨ ਬਤੀਤ ਹੋ ਗਿਆ। ਵਾਕਿਆ ਜਿਹੜੇ ਬਜ਼ੁਰਗ ਬੈਠੇ ਹੋ ਸੋਚਦੇ ਨਹੀਂ ਅਜੇ ਕੱਲ੍ਹ ਜਵਾਨ ਸਾਂ, ਬੱਚੇ ਸਾਂ, ਉਹ ਯਾਦਾਂ ਆਉਂਦੀਆਂ ਨੇ ਪਲ ਪਲ ਕਰਕੇ ਸਾਰੀ ਵਹਾ ਗਈ। ਕਹਿੰਦੇ ਨੇ ਕਬੀਰ ਆਖੀ ਕੇਰੇ ਮਟ ਕੇ ਪਲ ਪਲ ਗਈ ਵਹਾਏ, ਮਨ ਜੰਜਾਲ ਨਾ ਛੋੜਈ ਜਮ ਦੀਆ ਦਮਾਮਾ। ਸੁਪਨੇ ਵਾਂਗੂ ਬਤੀਤ ਹੋ ਗਈ ਸਾਰੀ, ਪਰ ਜਿੱਥੇ ਜਾਣਾ ਸੀ ਉੱਥੇ ਤੇ ਪਹੁੰਚ ਨਾ ਸਕੇ। ਦੌੜਦੇ ਤੇ ਸਾਰੀ ਉਮਰ ਰਹੇ ਆ, ਪਾਉਣਾ ਸੀ ਰੱਬ ਨੂੰ। ਕਹਿੰਦੇ ਨੇ ਨਾ ਹੀ ਰੱਬ ਮਿਲਿਆ ਤੇ ਨਾ ਹੀ ਮਾਇਆ ਪੂਰੀ ਮਿਲੀ। ਕਿ ਜਿੰਨੀ ਕਿਸੇ ਨੇ ਮਾਇਆ ਚਾਹੀ ਹੈ ਉਹ ਮਿਲੀ ਹੈ। ਮਾਇਆ ਧਾਰੀਆਂ ਦੀ ਤੇ ਮੈਂ ਸੁਣ ਕੇ ਹੈਰਾਨ ਹੋਇਆ। ਮਾਇਆ ਧਾਰੀ ਮਰਿਆ 10 ਅਰਬ ਡਾਲਰ ਛੱਡ ਕੇ। ਪੁੱਛਿਆ ਸੰਤੁਸ਼ਟ ਹੈ? ਕਹਿਣ ਲੱਗਾ ਨਹੀਂ, ਮੈਂ ਚਾਹੁੰਦਾ ਸਾਂ 100 ਅਰਬ ਡਾਲਰ ਇਕੱਠੇ ਕਰਨੇ, ਇਹ ਤੇ 10ਵਾਂ ਹਿੱਸਾ ਹੋਇਆ। ਬਾਕੀ ਗਰੀਬ ਹੀ ਆ। ਬੰਦੇ ਨੂੰ ਨਾ ਤੇ ਮਾਇਆ ਮਿਲੀ ਨਾ ਰੱਬ ਮਿਲਿਆ, ਇਹ ਕਿਹੜੇ ਪਾਸੇ ਜੋਗਾ ਰਹਿ ਗਿਆ? ਇਹ ਤੇ ਖਾਲੀ ਹੱਥ ਰਹਿ ਗਿਆ। ਇੱਥੇ ਕਹਿੰਦੇ ਨੇ ਸੰਗਤ ਵਿੱਚ ਇਹ ਭ੍ਰਾਂਤੀ ਵੀ ਮਿਟ ਜਾਂਦੀ ਹੈ। ਅੱਜ ਤੱਕ ਨਹੀਂ ਕੋਈ ਮਾਇਆ ਦੇ ਦੇਸ਼ ਵਿੱਚ ਪਹੁੰਚਿਆ। ਪਹੁੰਚਣ ਵਾਲਾ ਦੇਸ਼ ਇੱਕ ਹੀ ਹੈ, ਉਹ ਹੈ ਗੁਰੂ ਦਾ ਦੇਸ਼, ਉਹ ਹੈ ਸਾਧ ਸੰਗਤ ਦਾ ਦੇਸ਼। ਇੱਥੇ ਤੇ ਇੰਝ ਹੈ ਰੁੱਖੀ ਰੋਟੀ ਵੀ ਮਿਲ ਜਾਏ, ਸਿਰ ਤੇ ਛੱਤ ਜੈਸੀ ਹੋਵੇ, ਹਰ ਰੁੱਖੀ ਰੋਟੀ ਖਾਏ ਸੰਭਾਲੈ, ਅੰਤਰ ਬਾਹਰ ਨਦਰ ਨਿਹਾਲੈ। ਖਾਏ ਖਾਏ ਕਰੇ ਬਦਫੈਲੀ, ਜਾਨ ਵਿਸੂ ਕੀ ਵਾੜੀ ਜੀਓ। ਜੋ ਵੀ ਮਿਲ ਗਿਆ ਕਿਹਾ ਦਾਤਿਆ ਤੇਰਾ ਸ਼ੁਕਰ ਹੈ। ਮੇਰੇ ਵਾਸਤੇ ਇਹੋ ਹੀ ਤਖਤ ਹੈ, ਇਹੋ ਹੀ ਤਾਜ ਹੈ। ਕਿੰਨਾ ਸੁੰਦਰ ਬਚਨ ਹੈ, ਸਾਰੇ ਭਰਮ ਭੁਲੇਖੇ ਮੁਕਾ ਦਿੰਦਾ। ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਸਰਬ ਸੁਖਾ ਬਣੇ ਤੇਰਾ ਓਲੇ, ਓਲੇ ਦਾ ਅਰਥ ਹੁੰਦਾ ਆਸਰੇ। ਸਰਬ ਸੁਖਾ ਬਣੇ ਤੇਰੇ ਓਲੇ, ਭਰਮ ਕੇ ਪਰਦੇ ਸਤਿਗੁਰ ਖੋਲੇ। ਜਿਨ ਤੂੰ ਜਾਤਾ ਸੋ ਗ੍ਰਸਤੀ ਉਦਾਸੀ ਪ੍ਰਵਾਨ, ਨਾਮ ਰਤਾ ਸੋਈ ਨਿਰਵਾਣ। ਜਾਂ ਕੋ ਮਿਲਿਓ ਨਾਮ ਨਿਧਾਨਾ, ਭਣਤ ਨਾਨਕ ਤਾਂ ਕਾ ਪੂਰ ਖਜ਼ਾਨਾ। ਨਾਮ ਨਿਧਾਨ ਮਿਲ ਗਿਆ ਤੇ ਖਜ਼ਾਨੇ ਭਰ ਗਏ, ਉਹਦਾ ਪੂਰਾ ਖਜ਼ਾਨਾ ਹੋ ਗਿਆ। ਸਾਧ ਸੰਗਤ ਵਿੱਚ ਆ ਕੇ ਨਾ ਤੇ ਕੋਈ ਭਉ ਰਹਿ ਜਾਂਦਾ, ਕਿਉਂਕਿ ਇੱਥੇ ਜਪਿਆ ਜਾਂਦਾ ਨਿਰਭਉ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ। ਨਿਰਭਉ ਜਪਦਿਆਂ ਨਿਰਭਉ ਹੋ ਜਾਈਦਾ, ਭ੍ਰਾਂਤੀ ਮੁੱਕ ਜਾਂਦੀ ਹੈ, ਕਿਉਂਕਿ ਮੰਜ਼ਲ ਆ ਗਏ, ਗੁਰੂ ਚਰਨਾਂ 'ਚ ਆ ਗਏ। ਗੁਰੂ ਨੇ ਰੱਬ ਨਾਲ ਜੋੜ ਦਿੱਤਾ, ਜਿੱਥੇ ਪਹੁੰਚਣਾ ਸੀ ਪਹੁੰਚ ਗਏ। ਉਹ ਤੇ ਘਰ ਆ ਗਿਆ, ਬੇਗਮਪੁਰਾ ਸ਼ਹਿਰ ਕੋ ਨਾਮ। ਦੁਖਿਆਂ ਧੋ ਨਹੀਂ ਤੈ ਠਾਉ, ਨਹਿ ਤਸਵੇਸ ਖਰਾਦ ਨਾ ਮਾਲ।
खौफ न खता न तरस जवाल, साध संगत किश भव न भ्रांति। साध संगत विच कोई आ जाए सही तन करके नहीं मन करके, एक मुश्किल रहिंदी है। उस वल ध्यान देना बड़ी ज़रूरी बात है सुनने वाली। साडा तन ते मन इकट्ठे नहीं हुंदे। तन किसी होर थां ते हुंदा है ते मन किसी होर थां ते उडारियां मारदा। ये थां जिथे आके तन भी उत्थे हुंदा है ते मन भी आ जांदा। जदों इकट्ठे हो जांदे ने भटकना मुक जांदी है। गुरु ते हाज़र नाज़र है। साडा मन हाज़र नाज़र हो जाए, सुरत हाज़र नाज़र हो जाए, मंजिल आ गई। मरा दर मंजिले जाना हमा ऐशो हमा शादे, जरस बहूद में नालद कुजा बंदे महमलहा। भाई नंद लाल कहते ने घड़ियाल तू खड़कदा रहो, जेड़े काफले ने तुरना तुरना, असी जिथे पहुंचना सी पहुंच गए। असी हुण कादे वास्ते कचावे बनीए, किहड़े पासे जाइए, साडी ते मंजिल आ गई। तहां बैकुंठ जै कीर्तन तेरा, तू आपे शरदा लाए। साध संगत किश पाओ ना भ्रांति, भ्रांति भटकना, पाओ डर ना, डर ना भटकना। क्यों? इत्थे काम ही ऐसा हुंदा। गुण गोपाल गाहियां दिन रात। गोपाल दे गुण दिन रात गाए जाते हैं। कीर्तन हुंदा। गोपाल सृष्टि नूं पालन वाला, उस दे गुणां दा गायन हुंदा। गुण गोपाल गाहियां दिन राते, कर कृपा प्रभ बंधन छोट। कृपा करके प्रभु ने जिस दे बंधन खोल दिते, बंधना तो छुड़ा दिता, बंधना तो छोट हो गई। चरण कमल के देनी ओट, पर बंधन किसते मुके, जिसनू चरना कमलों का आसरा दे दिता। उसते चरना कमलों का जिसनू आसरा मिल गया मुकता, कोई उसनू बंधन नहीं। उसने ओट लई, ओट ही वो है जिहड़ी सब तो प्रबल है। कहो नानक मन भाई प्रतीत। इस बचन वाली उचेचा ध्यान देना। प्रीति ते प्रतीति ये दोवें इकट्ठे रहिंदे ने। जिथे प्रीत ना होवे ना भरोसा। प्रतीत दा अर्थ है पहले आ गया, राम जना को राम भरोसा। जिथे प्रीत ना होवे, प्यार ना होवे, उत्थे भरोसा भी नहीं बनता। जे प्रीति होवे तो फिर प्रतीति भी होंदी। जिसका मन गुर के प्रभ के प्रतीत, तिस जाने आवे हर पव चेत। प्रीति जेकर है ते नाल प्रतीत जरूर होवेगी। कहते ने कहो नानक साहब, कहते ने आख कि मन भई प्रतीत। जिन्हां दे मन विच प्रतीत आ गई, शरदा आ गई, भरोसा आ गया, वो करदे फिर की ने। एक काम ही रह जाता उन्हां दा करन वाला। वो करदे ने निर्मल जस पीवें जन नेत। निर्मल पवित्र अमृत, परमात्मा दा यस है अमृत। ये निर्मल अमृत तो छकदे ने। बस दिन रात ਇਹੋ ਹੀ ਪੀ ਰਹੇ ਨੇ। ਜਿਹਨੂੰ ਕਿਹਾ ਕਿ ਇਹ ਨਾਮ ਅੰਮ੍ਰਿਤ ਪੀਂਦਿਆਂ ਸਾਰੀ ਪਿਆਸ ਬੁਝ ਗਈ, ਜਨਮਾਂ ਜਨਮਾਂ ਦੀ ਪਿਆਸ ਬੁਝ ਗਈ। ਇਹ ਚੱਖਦਿਆਂ ਹੀ ਸਾਰੇ ਪਾਪ ਮੁੱਕ ਗਏ। ਸਤਿਗੁਰੂ ਕਿਰਪਾ ਕਰੇ, ਭਰੋਸਾ ਸਾਨੂੰ ਆ ਜਾਏ। ਅੰਤ ਵਿੱਚ 2 ਮਿੰਟ ਰਹਿ ਗਿਆ, ਇੱਕ ਬੇਨਤੀ ਕਰਕੇ ਸਮਾਪਤ ਕਰਾਂ। ਅਰਦਾਸ ਵਿੱਚ रोज़ाना तुसी सुनते हो, हुण भी सुनोगे। सिक्खां नूं सिक्खी दान, केस दान, रहत दान, बवेक दान। अगले 2 शब्द विसाह दान, भरोसा दान। गुरमत दे विद्वान कहते ने विसाह दान भरोसा दान लगदे इक्को जिहे ने, पर थोड़ा फर्क है। विसाह दान का अर्थ जे कि रब है, शक कोई नहीं।
ਵਿਸਾ ਦਾ ਅਰਥ ਹੈ ਕਿ ਉਹ ਹੈ, ਤੇ ਭਰੋਸਾ ਕਿ ਬੋੜੀ ਕਰੇਗਾ। ਜਿੱਥੇ ਮੈਂ ਆਵਾਜ਼ ਮਾਰਾਂਗਾ ਆਏਗਾ, ਉਹ ਬੋੜੇਗਾ। ਭਰੋਸਾ ਜਿਹੜਾ ਹੈ ਇਹ ਜਿਨ੍ਹਾਂ ਨੂੰ ਹੈ, ਉਹਨਾਂ ਨੇ ਕਿਹਾ ਸਾਤ ਘੜੀ ਜਦ ਬੀਤੇ ਸੁਣੀ ਅਜ ਹੁਣ ਆਇਓ ਤੇਰੇ ਭਵਨ ਤਾਂ ਨਹੀਂ। ਭਰੋਸਾ ਸੀ ਨਾ। ਪੌਖੰਤਨ ਬਾਜ ਵਜਾਏ ਲਾ, ਗੜ ਚੜੇ ਗੋਬਿੰਦ ਆਏ ਲਾ। ਕਹਿੰਦੇ ਨੇ ਕਹੇ ਤਾਂ ਧਰਨੇ ਅਕੋਡੀ ਕਰੂੰ, ਕਹੇ ਤਾਂ ਲੇਕਰ ਉੱਪਰ ਧਾਰੂੰ। ਜੇ ਗੁਰੂ ਤੇ ਭਰੋਸਾ ਹੋਵੇ ਫਿਰ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸਾਹਿਬ ਜੀ ਕਹਿੰਦੇ ਨੇ ਭਰੋਸਾ ਸਿੱਖਾ ਸਾਂਭ ਕੇ ਰੱਖ। ਇੱਕ ਭਰੋਸਾ ਰੱਬ ਹੈ, ਤੇ ਜਦੋਂ ਆਵਾਜ਼ ਮਾਰਾਂਗਾ ਬੜੇਗਾ। ਦੂਸਰਾ ਭਰੋਸਾ ਕਿ ਮੇਰਾ ਗੁਰੂ ਰੱਬ ਦਾ ਰੂਪ ਹੈ। ਮਾਨਵ ਕਾ ਰੂਪ ਨਾ ਜਾਣ। ਕਹਿ ਦਿੱਤਾ ਕਿ ਪਾਰ ਬ੍ਰਹਮ ਗੁਰ ਨਾਹੀਂ ਭੇਦ ਦੋ ਹੋ ਗਏ। ਰੱਬ ਦਾ ਭਰੋਸਾ, ਗੁਰੂ ਦਾ ਭਰੋਸਾ, ਤੀਸਰਾ ਸਿੱਖ ਨੂੰ ਸਿੱਖ ਦਾ ਭਰੋਸਾ। ਇਹ ਗਵਾ ਬੈਠੇ ਆ। ਗੁਰਸਿੱਖਾਂ ਕੀ ਅਰ ਧੂੜ ਦੇ, ਹਮ ਪਾਪੀ ਵੀ ਗਤ ਪਾਏ। ਸਿੱਖ ਉਸ ਦਾ ਰੂਪ ਨੇ, ਸੰਗਤ ਉਸ ਦਾ ਰੂਪ ਹੈ। ਗੁਰੂ ਬਖਸ਼ਿਸ਼ ਕਰੇ, ਇਹ ਭਰੋਸੇ ਦੇ ਦਾਨ ਸਾਨੂੰ ਬਖਸ਼ੇ। ਅੱਜ ਇਹੋ ਵਿਚਾਰ ਸੀ। ਗੁਰੂ ਬਖਸ਼ਿਸ਼ ਕਰੇ, ਸਾਰਿਆਂ ਦੇ ਹਿਰਦੇ ਵਿੱਚ ਵਸੇ। ਭੁੱਲਾਂ ਦੀ ਖਿਮਾ ਜੀਓ, ਪਿਆਰ ਸਹਿਤ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ।